हर नवा दिन साडी जिंदगी विच नवी सोच अते नवी ऊर्जा लैके आउंदा है। प्यारे बच्चों, अज मैं तुहाडे नाल 10वीं जमात दी समाजिक विग्यान दे इतिहास भाग दे दूसरे लैसन श्री गुरु नानक देव जी तो पहला दे पंजाब दी राजनीतिक अते समाजिक अवस्था भाग 1 दी गल करन जा रहा हाँ। मैं हाँ तुहाडा अपना दविंदर शर्मा, समाजिक विग्यान अध्यापक, जिला कपूरथला तो चलो शुरू करते हाँ। गुरु नानक देव जी दे जन्म तो पहला पंजाब दी राजनीतिक हालत किस तरह थी, चलो शुरू करिए। एक ऐसा युग जदों शासक अपनी प्रजा ते अत्याचार कर रहे सन, हाकम दे जुल्मां तो लोग त्राहीमान कर रहे सन, धार्मिक आस्थावां नूं जबरन खंडित किया जा रहा सी, चारे पासे अज्ञानता दा हनेरा फैलिया होया सी। लोग एक दूजे नाल जाति अते धर्म दे नां ते नफरत कर रहे सन। गरीबां मजलूमां दी मदद करन लई किसी भी मददगार दे सामने आउण दी हिम्मत किसी विच नहीं सी। ऐसे समय विच लोकां दे दुखां नूं दूर करन, उन्हां नूं सही रास्ता दिखाउण, ज्ञान दा प्रकाश जलाउण अते सारे जीवां दे कल्याण लई श्री गुरु नानक देव जी इस धरती उत्ते 15 अप्रैल 1469 ईस्वी नूं पिंड तलवंडी, जिला शेखूपुरा विखे माता तृप्ता जी दी कोख तो जन्म लैंदे हन। हुण आपां देखदे हां कि गुरु नानक देव जी दे जन्म तो पहला पंजाब दी राजनीतिक व्यवस्था, राजनीतिक हालात किहो जिहे सन। बच्चों, उस समय दिल्ली उपर बहलोल खां लोधी नां दा सम्राट तखत ते बैठदा है। ਉਹ तखत ते बैठण तो बाद तातार खां नूं पंजाब दा ਅਤੇ ਆਪਣੇ शहजादे सिकंदर लोधी ਨੂੰ सरहिंद ਦਾ सूबेदार ਬਣਾਉਂਦਾ है। बहलोल खां लोधी शेख यूसुफ ਨੂੰ मुल्तान ਦਾ नाज़म नियुक्त ਕਰਨ ਦਾ फैसला करदा है ਅਤੇ ਤਾਤਾਰ ਖਾਂ ਅਤੇ ਆਪਣੇ ਪੁੱਤਰ ਬਾਰਬਕ ਸ਼ਾਹ ਨੂੰ ਉਸ ਦੀ ਸਹਾਇਤਾ ਲਈ ਮੁਲਤਾਨ ਜਾਣ ਦਾ ਹੁਕਮ ਦਿੰਦਾ ਹੈ। ਪਰ ਹੁਸੈਨ ਇਹਨਾਂ ਸ਼ਾਹੀ ਫੌਜਾਂ ਨੂੰ ਹਰਾ ਦਿੰਦਾ ਹੈ। ਇਸ ਪ੍ਰਕਾਰ ਦੱਖਣੀ ਪੰਜਾਬ ਦਾ ਜੋ ਉਪ ਪ੍ਰਾਂਤ ਹੈ ਉਹ ਬਹਿਲੋਲ ਲੋਧੀ ਦੇ ਹੱਥੋਂ ਚਲਾ ਜਾਂਦਾ ਹੈ। ਹੁਣ ਮੁਲਤਾਨ ਦੀ ਇਸ ਸੁਤੰਤਰਤਾ ਤੋਂ ਪ੍ਰੇਰਿਤ ਹੋ ਕੇ ਪੰਜਾਬ ਦਾ ਸੂਬੇਦਾਰ ਤਾਤਾਰ ਖਾਨ, ਜਿਸ ਨੂੰ ਬਹਿਲੋਲ ਖਾਂ ਲੋਧੀ ਨੇ ਹੀ ਇੱਥੋਂ ਦਾ ਸੂਬੇਦਾਰ ਬਣਾਇਆ ਸੀ, ਉਹ ਵੀ ਸੁਤੰਤਰਤਾ ਦਾ ਐਲਾਨ ਕਰ ਦਿੰਦਾ ਹੈ। ਉਹ ਵੀ ਵਗਦੀ ਗੰਗਾ ਵਿੱਚ ਹੱਥ ਧੋਣ ਲਈ ਤਿਆਰ ਹੋ ਜਾਂਦਾ ਹੈ। ਉਸ ਦਾ ਇਹ ਕਾਰਾ ਦੇਖ ਕੇ ਬਹਿਲੋਲ ਖਾਂ ਲੋਧੀ ਜੋ ਹੈ ਉਹ ਉਸ ਨੂੰ ਸੋਧਣ ਲਈ ਆਪਣੇ ਪੁੱਤਰ ਸਿਕੰਦਰ ਲੋਧੀ ਨੂੰ ਪੰਜਾਬ ਭੇਜਦਾ ਹੈ। ਸਿਕੰਦਰ ਲੋਧੀ ਤਾਤਾਰ ਖਾਂ ਨੂੰ ਹਰਾ ਦਿੰਦਾ ਹੈ ਤੇ ਮੁੜ ਪੰਜਾਬ ਵਿੱਚ ਲੋਧੀ ਰਾਜ ਸਥਾਪਿਤ ਹੋ ਜਾਂਦਾ ਹੈ। ਬਹਿਲੋਲ ਖਾਂ ਲੋਧੀ ਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਬਣਿਆ। ਉਹ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਸੀ। ਪਿਆਰੇ ਵਿਦਿਆਰਥੀਓ, ਕਿਰਪਾ ਕਰਕੇ ਆਪਣੀਆਂ ਕਾਪੀਆਂ ਉੱਪਰ ਇਹ ਤੱਥ ਨੋਟ ਕਰ ਲਓ ਕਿ ਸਿਕੰਦਰ ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਸਰਦਾਰਾਂ ਅਤੇ ਜਗੀਰਦਾਰਾਂ ਉੱਪਰ ਪੂਰਾ ਕਾਬੂ ਰੱਖਿਆ। ਉਸ ਨੇ ਕੇਂਦਰੀ ਪੰਜਾਬ ਦਾ ਨਾਜ਼ਿਮ ਦੌਲਤ ਖਾਂ ਲੋਧੀ ਨੂੰ ਵੀ ਨਿਯੁਕਤ ਕੀਤਾ। ਉਸ ਦੇ ਪ੍ਰਾਂਤ ਦੀਆਂ ਹੱਦਾਂ ਸਰਗੋਦਾ ਤੋਂ ਸਰਹਿੰਦ ਤੱਕ ਸਨ। ਦੀਪਾਲਪੁਰ ਵੀ ਪੰਜਾਬ ਦਾ ਇੱਕ ਤਕੜਾ ਉਪ ਪ੍ਰਾਂਤ ਸੀ, ਪਰ ਚੱਜ ਦਬਾਅ ਵਿੱਚ ਅੱਜ ਵੀ ਗਾਖੜਾਂ ਦਾ ਬੋਲਬਾਲਾ ਸੀ। ਇਹਨਾਂ ਸਭਨਾਂ ਹਾਕਮਾਂ ਵਿੱਚੋਂ ਦੌਲਤ ਖਾਂ ਲੋਧੀ ਦਾ ਪਦ ਸਭ ਤੋਂ ਉੱਚਾ ਸੀ, ਕਿਉਂਕਿ ਸਿਕੰਦਰ ਲੋਧੀ ਉਸ ਨੂੰ ਲੋਧੀਆਂ ਦੇ ਕਬੀਲੇ ਦੇ 4 ਮੁਖੀ ਸਰਦਾਰਾਂ ਵਿੱਚੋਂ ਇੱਕ ਮੰਨਦਾ ਸੀ। ਦਿੱਲੀ ਦਾ ਲੋਧੀ सम्राट ਉਹਨਾਂ ਤੋਂ ਕਰ ਵਸੂਲ ਕਰਦਾ ਸੀ
ਅਤੇ ਉਹ ਉਹਨਾਂ ਦੇ ਸਥਾਨਕ ਪ੍ਰਬੰਧ ਵਿੱਚ ਦਖਲ ਨਹੀਂ ਸੀ ਦਿੰਦਾ। ਕਿਉਂ ਨਹੀਂ ਸੀ ਦਿੰਦਾ? ਤਾਂ ਜੋ ਉੱਤਰ ਪੱਛਮ ਸੀਮਾ ਵਿੱਚ ਹੋਣ ਕਰਕੇ ਉਹ ਕਿਸੇ ਵਿਦੇਸ਼ੀ ਹਾਕਮ ਨਾਲ ਗੱਠਜੋੜ ਨਾ ਕਰ ਲੈਣ। ਇਸ ਤਰ੍ਹਾਂ ਸਿਕੰਦਰ ਲੋਧੀ ਸਮੇਂ ਪੰਜਾਬ ਲੋਧੀ ਸਾਮਰਾਜ ਦਾ ਨਾ ਮਾਤਰ ਭਾਗ ਹੀ ਸੀ। ਸਿਕੰਦਰ ਲੋਧੀ ਪ੍ਰਜਾ ਦੀਆਂ ਸ਼ਿਕਾਇਤਾਂ ਨੂੰ ਵੀ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ, ਪਰ ਉਸ ਦਾ ਇਹ ਫਰਜ਼ ਅਤੇ ਇਨਸਾਫ ਕੇਵਲ ਮੁਸਲਮਾਨਾਂ ਤੱਕ ਹੀ ਸੀਮਤ ਸੀ। ਉਹ ਹਿੰਦੂਆਂ ਨੂੰ ਨਫ਼ਰਤ ਕਰਦਾ ਸੀ। ਹਿੰਦੂ ਮੰਦਰਾਂ, ਉਹਨਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਤੋੜਨਾ ਉਹ ਆਪਣਾ ਸ਼ੁਗਲ ਸਮਝਦਾ ਸੀ। ਉਹ ਖੁਸ਼ ਹੁੰਦਾ ਸੀ। ਉਸ ਤੋਂ ਬਾਅਦ ਹੁਣ ਆਪਣੀ ਪਿਕਚਰ ਵਿੱਚ ਇਬਰਾਹਿਮ ਲੋਧੀ ਆਂਦਾ ਹੈ। ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਇਬਰਾਹਿਮ ਲੋਧੀ ਦਿੱਲੀ ਦੇ ਤਖਤ ਉੱਪਰ ਬੈਠਦਾ ਹੈ। ਉਸ ਵਿੱਚ ਸੂਝ ਅਤੇ ਸਿਆਣਪ ਸੀ। ਉਹ ਇੱਕ ਬਹਾਦਰ ਸਿਪਾਹੀ ਵੀ ਸੀ ਅਤੇ ਕਾਫੀ ਹੱਦ ਤੱਕ ਕਾਮਯਾਬ ਜਰਨੈਲ ਵੀ ਸੀ। ਉਹ ਮਿਹਨਤੀ ਅਤੇ ਇਮਾਨਦਾਰ ਵੀ ਸੀ, ਪਰ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਉਹ ਸ਼ਾਸਨ ਕਾਲ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਬੱਚਿਓ, ਤੁਹਾਨੂੰ ਪਤਾ ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਸੀ ਕਿ ਭਾਵੇਂ ਉਹ ਆਪ ਪਠਾਨ ਸੀ, ਪਰ ਉਹ ਪਠਾਨਾਂ ਦੇ ਸੁਭਾਅ ਅਤੇ ਉਹਨਾਂ ਦੇ ਵਿਵਹਾਰ ਨੂੰ, ਉਹਨਾਂ ਦੇ ਆਚਰਣ ਨੂੰ ਚੰਗੀ ਤਰ੍ਹਾਂ ਸਮਝ ਨਾ ਸਕਿਆ। ਉਸ ਨੇ ਆਪਣੇ ਪਿਤਾ ਅਤੇ ਆਪਣੇ ਦਾਦੇ ਦੀ ਨੀਤੀ ਨੂੰ ਛੱਡ ਕੇ ਪਠਾਨਾਂ ਦੇ ਵਿੱਚ ਅਨੁਸ਼ਾਸਨ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਠਾਨਾਂ ਨੂੰ ਡਿਸਪਲਿਨਡ ਬਣਾਉਣਾ ਚਾਹਿਆ, ਪਰ ਪਠਾਨ ਸੁਭਾਅ ਤੋਂ ਪ੍ਰਜਾਤੰਤਰੀ ਸਨ। ਉਹ ਇਬਰਾਹਿਮ ਲੋਧੀ ਨੂੰ ਸਿਰਫ ਇੱਕ ਸਰਦਾਰ ਮੰਨਦੇ ਸਨ, ਇਸ ਤੋਂ ਵੱਧ ਕੁਝ ਨਹੀਂ ਸਨ ਸਮਝਦੇ। ਸੋ ਜਦੋਂ ਇਬਰਾਹਿਮ ਲੋਧੀ ਨੇ ਉਹਨਾਂ ਦੇ ਵਿੱਚ ਡਿਸਪਲਿਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸ ਦੇ ਵਿਰੁੱਧ ਬਗਾਵਤਾਂ ਦਾ ਝੰਡਾ ਖੜਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਇਬਰਾਹਿਮ ਲੋਧੀ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਅਤੇ ਇਹਨਾਂ ਬਗਾਵਤਾਂ ਨੂੰ ਦਬਾਉਣ ਵਿੱਚ ਇਬਰਾਹਿਮ ਲੋਧੀ ਵੀ ਸਫਲ ਰਿਹਾ। ਉਹਨੇ ਯਤਨ ਤਾਂ ਕੀਤੇ, ਪਰ ਉਹ ਅਸਫਲ ਰਿਹਾ। ਸਿੱਟੇ ਵਜੋਂ ਭੇਰਾ ਤੋਂ ਲੈ ਕੇ ਬਿਹਾਰ ਤੱਕ ਇਬਰਾਹਿਮ ਲੋਧੀ ਦਾ ਰਾਜ ਕੇਵਲ ਨਾਮ ਮਾਤਰ ਰਾਜ ਹੀ ਰਹਿ ਗਿਆ। ਇਸ ਲੋਧੀ ਰਾਜ ਵਿੱਚ ਪੰਜਾਬ ਵੀ ਇੱਕ ਸੂਬਾ ਸੀ। ਹੁਣ ਆਪਾਂ ਆਪਣੇ ਪੰਜਾਬ ਤੇ ਵੀ ਆਉਂਦੇ ਹਾਂ ਕਿ ਉਸ ਲੋਧੀ ਦੇ ਰਾਜ ਵਿੱਚ ਪੰਜਾਬ ਵੀ ਇੱਕ ਸੂਬਾ ਸੀ ਅਤੇ ਇਹ ਇੱਕ ਸਮੁੱਚਾ ਸੂਬਾ ਨਹੀਂ ਸੀ। ਇਹ ਦੋ ਹਿੱਸਿਆਂ 'ਚ ਵੰਡਿਆ ਹੋਇਆ ਸੀ। ਕਿਹੜੇ ਸਨ? ਇੱਕ ਲਾਹੌਰ ਤੇ ਦੂਸਰਾ ਮੁਲਤਾਨ। ਤੇ ਇਹ ਪੰਜਾਬ ਇਸ ਤੋਂ ਵੀ ਅੱਗੇ ਛੋਟੇ ਛੋਟੇ ਪਰਗਣਿਆਂ ਵਿੱਚ ਵੰਡਿਆ ਹੋਇਆ ਸੀ, ਜਿਵੇਂ ਸਰਹਿੰਦ, ਸੁਲਤਾਨਪੁਰ ਅਤੇ ਦੀਪਾਲਪੁਰ। ਇਹ ਪਰਗਣੇ ਕਦੀ ਸਿੱਧੇ ਦਿੱਲੀ ਦੇ ਬਾਦਸ਼ਾਹ ਦੇ ਅਧੀਨ ਹੁੰਦੇ ਸਨ। ਹੁਣ ਆਪਾਂ ਗੱਲ ਕਰਦੇ ਹਾਂ ਦੌਲਤ ਖਾਂ ਲੋਧੀ ਅਤੇ ਪੰਜਾਬ ਦੀ। ਬੱਚਿਓ, ਆਪਾਂ ਪੰਜਾਬ ਦਾ ਰਾਜਨੀਤਿਕ ਅਵਸਥਾ ਦੀ ਗੱਲ ਕਰ ਰਹੇ ਹਾਂ। ਹੁਣ ਆਪਾਂ ਪੜ੍ਹਦੇ ਹਾਂ ਦੌਲਤ ਖਾਂ ਲੋਧੀ ਅਤੇ ਪੰਜਾਬ। ਸਿਕੰਦਰ ਲੋਧੀ ਨੇ ਤਾਤਾਰ ਖਾਂ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਸੀ। ਬੱਚਿਓ, ਇਹ ਗੱਲ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਹੁਣ ਤਾਤਾਰ ਖਾਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਦੌਲਤ ਖਾਂ ਲੋਧੀ ਹੈ, ਉਹ ਪੰਜਾਬ ਦਾ ਸੂਬੇਦਾਰ ਨਿਯੁਕਤ ਹੁੰਦਾ ਹੈ। ਜਿੰਨਾ ਚਿਰ ਤਾਂ ਸਿਕੰਦਰ ਲੋਧੀ ਜਿੰਦਾ ਰਿਹਾ, ਉਦੋਂ ਤੱਕ ਤਾਂ ਦੌਲਤ ਖਾਂ ਉਸ ਦਾ ਪੂਰਾ ਵਫਾਦਾਰ ਰਿਹਾ। ਪਰ ਜਿਵੇਂ ਹੀ ਸਿਕੰਦਰ ਲੋਧੀ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਦਾ ਉੱਤਰਾਧਿਕਾਰੀ, ਉਸ ਦਾ ਪੁੱਤਰ ਇਬਰਾਹਿਮ ਲੋਧੀ ਰਾਜਾ ਬਣਦਾ ਹੈ। ਤਾਂ ਇਬਰਾਹਿਮ ਲੋਧੀ ਦੇ ਜਿਹੜੇ ਉਹਦਾ ਕਠੋਰ ਸੁਭਾਅ ਸੀ, ਉਹ ਸ਼ੱਕੀ ਵੀ ਸੀ, ਉਹ ਘਮੰਡੀ ਵੀ ਸੀ। ਉਸ ਦੇ ਇਸ ਸੁਭਾਅ ਦੇ ਕਾਰਨ ਜਿਹੜਾ ਦੌਲਤ ਖਾਂ ਲੋਧੀ ਸੀ,
ਉਸ ਦੀ ਇਬਰਾਹੀਮ ਲੋਧੀ ਦੇ ਨਾਲ ਬਣਨੋਂ ਹਟ ਗਈ। ਦੋਨਾਂ ਦੇ ਵਿੱਚ ਦਰਾੜ ਆ ਗਈ। ਉਹ ਇਬਰਾਹੀਮ ਲੋਧੀ ਨੂੰ ਨਫ਼ਰਤ ਕਰਨ ਲੱਗ ਪਿਆ, ਕਿਉਂਕਿ ਇਬਰਾਹੀਮ ਲੋਧੀ ਦਾ ਸੁਭਾਅ ਅਜੀਬ ਕਿਸਮ ਦਾ ਸੀ। ਸੋ ਸੁਲਤਾਨ ਦੇ ਇਸ ਵਤੀਰੇ ਨੂੰ ਦੇਖ ਕੇ ਹੁਣ ਦੌਲਤ ਖਾਨ ਲੋਧੀ ਵੀ ਚਾਹੁੰਦਾ ਵੀ ਮੈਂ ਵੀ ਇਹ ਤੋਂ ਆਜ਼ਾਦ ਹੋ ਜਾਵਾਂ, ਮੈਂ ਆਪਣਾ ਵੱਖਰਾ ਰਾਜ ਸਥਾਪਿਤ ਕਰ ਲਵਾਂ। ਇਸ ਲਈ ਉਹ ਇਬਰਾਹੀਮ ਲੋਧੀ ਦੇ ਖਿਲਾਫ ਮੋਰਚਾ ਖੋਲ੍ਹ ਦਿੰਦਾ ਹੈ। ਤੇ ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇੱਕ ਆਲਮ ਖਾਂ ਵੀ ਸੂਬੇਦਾਰ ਹੈ, ਜਿਹੜਾ ਆਪ ਦਿੱਲੀ ਦਾ ਬਾਦਸ਼ਾਹ ਬਣਨਾ ਚਾਹੁੰਦਾ ਹੈ। ਉਹ ਵੀ ਚਾਹੁੰਦਾ ਹੈ ਕਿ ਇਬਰਾਹੀਮ ਲੋਧੀ ਨੂੰ ਦਿੱਲੀ ਦੇ ਤਖਤ ਤੋਂ ਉਤਾਰ ਕੇ ਮੈਂ ਦਿੱਲੀ ਦਾ ਜਿਹੜਾ ਹੈ ਉਹ ਰਾਜਾ ਬਾਦਸ਼ਾਹ ਬਣ ਜਾਵਾਂ। ਸਿੱਟੇ ਵਜੋਂ ਉਹ ਦੌਲਤ ਖਾਂ ਲੋਧੀ ਦੇ ਨਾਲ ਗੰਢ ਤੁੱਪ ਕਰਨੀ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਦੌਲਤ ਖਾਂ ਲੋਧੀ ਦੀ ਇਬਰਾਹੀਮ ਲੋਧੀ ਨਾਲ ਨਹੀਂ ਬਣਦੀ। ਇਸ ਕਰਕੇ ਉਹ ਦੌਲਤ ਖਾਂ ਲੋਧੀ ਨੂੰ ਚੁੱਕਣਾ ਸ਼ੁਰੂ ਕਰ ਦਿੰਦਾ ਹੈ। ਤੇ ਜਦੋਂ ਇਬਰਾਹੀਮ ਲੋਧੀ ਨੂੰ ਇਸ ਸਭ ਦਾ ਪਤਾ ਲੱਗਦਾ ਹੈ ਤਾਂ ਉਹ ਦੌਲਤ ਖਾਂ ਲੋਧੀ ਨੂੰ ਦਿੱਲੀ ਬੁਲਾਉਂਦਾ ਹੈ, ਤਾਂ ਕਿ ਉਸ ਨੂੰ ਸਮਝਾਇਆ ਜਾ ਸਕੇ ਕਿ ਆਪਾਂ ਕਿਸੇ ਦੂਸਰੇ ਬੰਦੇ ਨੂੰ ਆਪਣੀ ਇਸ ਲੜਾਈ 'ਚ ਨਾ ਪੈਣ ਦਈਏ। ਪਰ ਦੌਲਤ ਖਾਂ ਲੋਧੀ ਦਿੱਲੀ ਨਹੀਂ ਜਾਂਦਾ ਹੈ। ਉਹ ਇਸ ਕੰਮ ਲਈ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੰਦਾ ਹੈ। ਦੌਲਤ ਖਾਂ ਲੋਧੀ ਆਪ ਦਿੱਲੀ ਨਹੀਂ ਜਾਂਦਾ, ਸਗੋਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੰਦਾ ਹੈ। ਹੁਣ ਜਦੋਂ ਦਿਲਾਵਰ ਖਾਂ ਉੱਥੇ ਜਾਂਦਾ ਹੈ ਤਾਂ ਇਬਰਾਹੀਮ ਲੋਧੀ ਨੂੰ ਬਹੁਤ ਗੁੱਸਾ ਆਉਂਦਾ ਹੈ। ਉਹ ਦਿਲਾਵਰ ਖਾਂ ਲੋਧੀ ਨੂੰ ਕੈਦ ਕਰ ਲੈਂਦਾ ਹੈ। ਪਰ ਦਿਲਾਵਰ ਖਾਂ ਲੋਧੀ ਜੋ ਹੈ ਉਹ ਛੇਤੀ ਹੀ ਬਚ ਕੇ ਲਾਹੌਰ ਪਹੁੰਚ ਜਾਂਦਾ ਹੈ। ਹੁਣ ਦੌਲਤ ਖਾਂ ਲੋਧੀ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਬਰਾਹੀਮ ਲੋਧੀ ਉਸ ਨੂੰ ਜ਼ਰੂਰ ਸਜ਼ਾ ਦੇਵੇਗਾ। ਸਿੱਟੇ ਵਜੋਂ ਉਸ ਨੇ ਇਬਰਾਹੀਮ ਲੋਧੀ ਨੂੰ ਨੀਵਾਂ ਦਿਖਾਉਣ ਲਈ ਦਿੱਲੀ ਨਾਲੋਂ ਸੰਬੰਧ ਤੋੜ ਕੇ ਹੋਰ ਢੰਗ ਲੱਭਣੇ ਸ਼ੁਰੂ ਕਰ ਦਿੰਦਾ ਹੈ। ਉਹਨੂੰ ਪੱਕਾ ਹੋ ਜਾਂਦਾ ਹੈ ਕਿ ਇਬਰਾਹੀਮ ਲੋਧੀ ਨਾਲ ਉਸ ਦੀ ਨਹੀਂ ਬਣਨੀ, ਇਬਰਾਹੀਮ ਲੋਧੀ ਨੇ ਉਸ ਨੂੰ ਨਹੀਂ ਛੱਡਣਾ। ਇਸ ਕਰਕੇ ਉਹ ਹੋਰ ਬੰਦੇ ਲੱਭਣੇ ਸ਼ੁਰੂ ਕਰ ਦਿੰਦਾ ਹੈ, ਜਿਨ੍ਹਾਂ ਦੇ ਨਾਲ ਉਹ ਸੰਬੰਧ ਸਥਾਪਿਤ ਕਰਕੇ ਇਬਰਾਹੀਮ ਲੋਧੀ ਦੇ ਗੁੱਸੇ ਤੋਂ ਬਚ ਸਕੇ। ਦੂਸਰੇ ਪਾਸੇ 1519 ਈਸਵੀ ਵਿੱਚ ਕਾਬਲ ਦੇ ਹਾਕਮ ਜਿਹੜਾ ਹੈ ਬਾਬਰ ਹੈ, ਉਹ ਪੰਜਾਬ ਉੱਪਰ ਹਮਲਾ ਕਰਦਾ ਹੈ। ਬਾਬਰ ਸਭ ਤੋਂ ਪਹਿਲਾਂ ਬਜ਼ੌਰ ਉੱਤੇ ਹਮਲਾ ਕਰਦਾ ਹੈ ਤੇ ਉਸ ਦੀ ਜਿੱਤ ਵੀ ਹੁੰਦੀ ਹੈ। ਨਾਲ ਦੀ ਨਾਲ ਉਹ ਭੇਰਾ ਉੱਤੇ ਵੀ ਕਬਜ਼ਾ ਕਰ ਲੈਂਦਾ ਹੈ। ਠੀਕ ਹੈ ਜੀ। ਇਹਨਾਂ ਜਿੱਤਾਂ ਤੋਂ ਬਾਬਰ ਉਤਸ਼ਾਹਿਤ ਹੋ ਜਾਂਦਾ ਹੈ ਤੇ ਉਹ ਆਪਣੇ ਇੱਕ ਦੂਤ ਮੁੱਲਾ ਮੁਰਸ਼ਿਦ ਨੂੰ ਇਬਰਾਹੀਮ ਲੋਧੀ ਕੋਲ ਭੇਜਦਾ ਹੈ। ਤੇ ਦੌਲਤ ਖਾਂ ਲੋਧੀ ਰਸਤੇ ਵਿੱਚ ਹੀ ਬਾਬਰ ਦੇ ਦੂਤ ਨੂੰ ਰੋਕ ਲੈਂਦਾ ਹੈ। ਉਹ ਉਸ ਨੂੰ ਇਬਰਾਹੀਮ ਲੋਧੀ ਕੋਲ ਜਾਣ ਹੀ ਨਹੀਂ ਦਿੰਦਾ। ਬਾਬਰ ਹਿੰਦੂ ਬੇਗ ਨੂੰ ਆਪਣੇ ਜਿੱਤੇ ਹੋਏ ਇਲਾਕਿਆਂ ਦਾ ਪ੍ਰਬੰਧ ਸੰਭਾਲ ਕੇ ਆਪ ਵਾਪਸ ਕਾਬਲ ਮੁੜ ਜਾਂਦਾ ਹੈ। ਤੇ ਕੀ ਹੁੰਦਾ ਹੈ ਜਦੋਂ ਉਹ ਕਾਬਲ ਮੁੜ ਜਾਂਦਾ ਹੈ? ਜਿਹੜਾ ਭੇਰਾ ਹੈ ਉੱਥੋਂ ਦੇ ਜਿਹੜੇ ਲੋਕ ਹਨ ਉਹ ਹਿੰਦੂ ਬੇਗ ਦਾ ਵਿਰੋਧ ਕਰਦੇ ਹਨ, ਬਗਾਵਤ ਕਰਦੇ ਹਨ ਅਤੇ ਉਸ ਨੂੰ ਉੱਥੋਂ ਭਜਾ ਦਿੰਦੇ ਹਨ। ਇਸ ਕਾਰਵਾਈ ਤੋਂ ਚਿੜ ਕੇ ਬਾਬਰ ਫਿਰ ਸਤੰਬਰ 1519 ਵਿੱਚ ਪੰਜਾਬ ਉੱਪਰ ਹਮਲਾ ਕਰਦਾ ਹੈ ਤੇ ਭੇਰਾ ਦੇ ਇਲਾਕੇ ਵੀ ਜਿੱਤ ਲੈਂਦਾ ਹੈ ਉਹ, ਤੇ ਸਿਆਲਕੋਟ ਵੀ ਜਿੱਤ ਲੈਂਦਾ ਹੈ। ਇਸ ਤੋਂ ਬਾਅਦ ਜਿਹੜਾ ਬਾਬਰ ਹੈ ਉਹ ਸੈਯਦਪੁਰ ਵੱਲ ਵੱਧਦਾ ਹੈ ਤੇ ਉੱਥੇ ਜਿਹੜੀ ਫੌਜ ਹੈ ਉਹ ਬਾਬਰ ਦੀ ਫੌਜ ਦਾ ਡਟ ਕੇ ਮੁਕਾਬਲਾ ਕਰਦੀ ਹੈ, ਪਰ ਅੰਤ ਵਿੱਚ ਜਿੱਤ ਬਾਬਰ ਦੀ ਫੌਜ ਦੀ ਹੁੰਦੀ ਹੈ। ਤੇ ਕਹਿੰਦੇ ਹਨ ਉਸ ਤੋਂ ਬਾਅਦ ਜਿਹੜੀ ਉਹ ਰੱਖਿਅਕ ਸੈਨਾ ਸੀ ਉਸ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਹੜੀ ਸੈਯਦਪੁਰ ਦੀ ਜਨਤਾ ਸੀ ਉਸ ਨਾਲ ਵੀ ਨਿਰਦਈ ਸਲੂਕ ਕੀਤਾ ਜਾਂਦਾ ਹੈ, ਉਸ ਨਾਲ ਵੀ ਦਇਆ ਨਹੀਂ ਕੀਤੀ ਜਾਂਦੀ। ਉਹਨਾਂ ਵਿੱਚੋਂ ਕਈ ਲੋਕਾਂ ਨੂੰ ਦਾਸ ਬਣਾ ਲਿਆ ਜਾਂਦਾ ਹੈ, ਉਹਨਾਂ ਉੱਪਰ ਅਤਿਆਚਾਰ ਕੀਤੇ ਜਾਂਦੇ ਹਨ
ਜਿਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੂੰ ਜੇ ਆਪਾਂ ਪੜ੍ਹਦੇ ਹਾਂ ਤਾਂ ਉਹਨਾਂ ਨੇ ਬਾਬਰ ਦੇ ਇਹਨਾਂ ਅਤਿਆਚਾਰਾਂ ਦਾ ਵਰਣਨ ਆਪਣੀ ਬਾਬਰ ਬਾਣੀ ਵਿੱਚ ਕੀਤਾ ਹੈ। ਜਿਵੇਂ ਇੱਕ ਲਾਈਨ ਉਦਾਹਰਨ ਦੇ ਤੌਰ ਤੇ ਮੈਂ ਕਹਿ ਸਕਦਾ ਹਾਂ ਕਿ ਪਾਪ ਦੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਸੋ ਬਾਬਾ ਜੀ ਆਪਣੀ ਬਾਣੀ ਦੇ ਵਿੱਚ ਬਾਬਰ ਦੇ ਇਸ ਹਮਲੇ ਦਾ ਪੂਰਾ ਹਾਲ ਦੱਸ ਰਹੇ ਹਨ। ਇਸ ਤੋਂ ਬਾਅਦ ਆਪਾਂ ਕੀ ਦੇਖਦੇ ਹਾਂ, 1520 ਤੋਂ ਲੈ ਕੇ 1524 ਤੱਕ ਦੇ ਵਿਚਕਾਰ ਦੌਲਤ ਖਾਂ ਲੋਧੀ ਕੇਂਦਰੀ ਪੰਜਾਬ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦਾ ਯਤਨ ਕਰਦਾ ਹੈ। ਉਸ ਨੂੰ ਇਸ ਤਰ੍ਹਾਂ ਕਰਦਾ ਦੇਖ ਕੇ ਇਬਰਾਹਿਮ ਲੋਧੀ, ਜੋ ਕਿ ਦਿੱਲੀ ਦਾ ਸ਼ਾਸਕ ਹੈ, ਦਿੱਲੀ ਦਾ ਰਾਜਾ ਹੈ, ਦਿੱਲੀ ਦਾ ਬਾਦਸ਼ਾਹ ਹੈ, ਉਹ ਉਸ ਦੇ ਹੋਰ ਵਿਰੁੱਧ ਹੋ ਜਾਂਦਾ ਹੈ। ਇਬਰਾਹਿਮ ਲੋਧੀ ਹੁਣ ਆਪਣੇ ਮਨ ਦੇ ਵਿੱਚ ਇਹ ਸੰਕਲਪ ਲੈ ਲੈਂਦਾ ਹੈ ਕਿ ਉਸ ਨੇ ਦੌਲਤ ਖਾਂ ਲੋਧੀ ਨੂੰ ਸੋਧਣਾ ਹੈ, ਉਸ ਨੂੰ ਠੀਕ ਕਰਨਾ ਹੈ ਤੇ ਪੰਜਾਬ ਨੂੰ ਮੁੜ ਦਿੱਲੀ ਦੇ ਵਿੱਚ, ਦਿੱਲੀ ਸਾਮਰਾਜ ਦੇ ਵਿੱਚ, ਆਪਣੇ ਸਾਮਰਾਜ ਦੇ ਵਿੱਚ ਮਿਲਾਉਣਾ ਹੈ। ਇਬਰਾਹਿਮ ਲੋਧੀ ਇਹ ਫੈਸਲਾ ਕਰ ਲੈਂਦਾ ਹੈ। ਤੇ ਦੂਸਰੇ ਪਾਸੇ ਦੌਲਤ ਖਾਂ ਲੋਧੀ ਜੋ ਹੈ ਉਹ ਆਪਣੇ ਪੁੱਤਰ ਦਿਲਾਵਰ ਖਾਂ ਨੂੰ, ਜਿਹੜਾ ਕਿ ਪਹਿਲਾਂ ਮਸਾਂ ਹੀ ਬਚ ਕੇ ਦਿੱਲੀ ਤੋਂ ਆਉਂਦਾ ਹੈ ਤੇ ਲਾਹੌਰ ਪਹੁੰਚ ਜਾਂਦਾ ਹੈ, ਉਹ ਉਸੇ ਆਪਣੇ ਦਿਲਾਵਰ ਖਾਂ ਪੁੱਤਰ ਨੂੰ ਬਾਬਰ ਕੋਲ ਮਦਦ ਲਈ ਭੇਜਦਾ ਹੈ ਅਤੇ ਉਸ ਨੂੰ ਪੰਜਾਬ ਉੱਪਰ ਹਮਲਾ ਕਰਨ ਦਾ ਸੱਦਾ ਵੀ ਦਿੰਦਾ ਹੈ। ਤੇ ਉਧਰ ਦੂਸਰੇ ਪਾਸੇ ਇਬਰਾਹਿਮ ਲੋਧੀ ਵੀ ਦੌਲਤ ਖਾਂ ਦੇ ਵਿਰੁੱਧ ਫੌਜ ਭੇਜ ਦਿੰਦਾ ਹੈ, ਜਿਸ ਵਿੱਚ ਦੌਲਤ ਖਾਂ ਲੋਧੀ ਹਾਰ ਜਾਂਦਾ ਹੈ। ਤੇ ਦੂਸਰੇ ਪਾਸੇ ਜਿਹੜਾ ਬਾਬਰ ਹੈ ਉਹ ਵੀ ਬਿਨਾਂ ਕਿਸੇ ਰੋਕ ਟੋਕ ਦੇ 1524 ਈਸਵੀ ਵਿੱਚ ਲਾਹੌਰ ਦੇ ਨੇੜੇ ਪਹੁੰਚ ਜਾਂਦਾ ਹੈ। ਇੱਥੇ ਇਬਰਾਹਿਮ ਲੋਧੀ ਦੀਆਂ ਫੌਜਾਂ ਨੇ ਬਿਹਾਰ ਖਾਂ ਦੇ ਅਧੀਨ ਬਾਬਰ ਨੂੰ ਰੋਕਣ ਦਾ ਯਤਨ ਕੀਤਾ। ਹੁਣ ਜਦੋਂ ਬਾਬਰ 1524 ਵਿੱਚ ਲਾਹੌਰ ਪਹੁੰਚਦਾ ਹੈ ਤਾਂ ਲਾਹੌਰ ਉੱਤੇ ਇਬਰਾਹਿਮ ਲੋਧੀ ਦੇ ਅਧੀਨ ਜਿਹੜਾ ਕੰਮ ਕਰਦਾ ਸੀ ਬਿਹਾਰ ਖਾਂ, ਉਹ ਉੱਥੇ ਦਾ ਸੂਬੇਦਾਰ ਹੈ, ਉਹ ਉੱਥੇ ਦਾ ਰਾਜ ਪ੍ਰਬੰਧ ਦੇਖਦਾ ਹੈ। ਉਹ ਜਦੋਂ ਬਾਬਰ ਦੇ ਨਾਲ ਉਸ ਦੀਆਂ ਫੌਜਾਂ ਦਾ ਟੱਕਰਾ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਦਿੱਲੀ ਸਲਤਨਤ ਦੀਆਂ ਜਿਹੜੀਆਂ ਫੌਜਾਂ ਹਨ ਉਹ ਹਾਰ ਜਾਂਦੀਆਂ ਹਨ ਤੇ ਬਾਬਰ ਜਿੱਤ ਜਾਂਦਾ ਹੈ। ਬਾਬਰ ਦਾ ਲਾਹੌਰ ਉੱਪਰ ਕਬਜ਼ਾ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਬਾਬਰ ਅੱਗੇ ਵਧਦਾ ਹੈ। ਫਿਰ ਜਿਹੜਾ ਬਾਬਰ ਹੈ ਉਹ ਲਾਹੌਰ ਤੋਂ ਅੱਗੇ ਵਧਦਾ ਹੈ ਅਤੇ ਉਹ ਜਲੰਧਰ ਅਤੇ ਦੀਪਾਲਪੁਰ ਉੱਪਰ ਆਸਾਨੀ ਦੇ ਨਾਲ ਉਹ ਉੱਥੇ ਵੀ ਕਬਜ਼ਾ ਕਰ ਲੈਂਦਾ ਹੈ। ਹੁਣ ਜਿਹੜਾ ਦੌਲਤ ਖਾਂ ਹੈ ਉਸ ਨੂੰ ਇਹ ਆਸ ਹੁੰਦੀ ਆ ਵੀ ਜਿਹੜਾ ਬਾਬਰ ਆ ਉਹ ਇਹ ਜਿਹੜੇ ਇਲਾਕੇ ਆ ਜਿਵੇਂ ਜਲੰਧਰ ਆ, ਦੀਪਾਲਪੁਰ ਆ, ਇਹਨਾਂ ਇਲਾਕਿਆਂ ਤੇ ਉਹ ਜਿਹੜਾ ਕਬਜ਼ਾ ਕਰਕੇ ਤੇ ਉਹਨਾਂ ਦਾ ਅਧਿਕਾਰ ਸ਼ਾਇਦ ਮੈਨੂੰ ਸੌਂਪ ਦੇਗਾ। ਇਹ ਦੌਲਤ ਖਾਂ ਲੋਧੀ ਦਾ ਵਿਚਾਰ ਹੈ ਕਿ ਮੈਨੂੰ ਸੌਂਪ ਦੇਗਾ, ਪਰ ਅਤੇ ਉਹ ਆਪ ਵਾਪਸ ਚਲਾ ਜਾਵੇਗਾ ਕਾਬੁਲ। ਪਰ ਬਾਬਰ ਕੀ ਕਰਦਾ ਹੈ, ਬਾਬਰ ਜਲੰਧਰ ਤੇ ਸੁਲਤਾਨਪੁਰ ਦੇ ਇਲਾਕੇ ਹੀ ਉਸ ਨੂੰ ਦਿੰਦਾ ਹੈ। ਬਾਬਰ ਫਿਰ ਵੀ ਜਲੰਧਰ ਅਤੇ ਸੁਲਤਾਨਪੁਰ ਦੇ ਇਲਾਕੇ ਦੌਲਤ ਖਾਂ ਲੋਧੀ ਨੂੰ ਦੇ ਦਿੰਦਾ ਹੈ ਤੇ ਦੌਲਤ ਖਾਂ ਲੋਧੀ ਹੁਣ ਵੀ ਖੁਸ਼ ਨਹੀਂ ਹੁੰਦਾ, ਉਹ ਬਗਾਵਤ ਕਰ ਦਿੰਦਾ ਹੈ। ਉਹ ਹੋਰ ਇਲਾਕੇ ਮੰਗਦਾ ਹੈ ਤੇ ਜਦੋਂ ਬਗਾਵਤ ਕਰਦਾ ਹੈ ਤੇ ਹਾਰ ਜਾਂਦਾ ਹੈ ਤੇ ਫਿਰ ਉਹ ਜਾ ਕੇ ਪਹਾੜਾਂ ਵਿੱਚ ਛੁਪ ਜਾਂਦਾ ਹੈ, ਲੁਕ ਜਾਂਦਾ ਹੈ। ਤੇ ਬਾਬਰ ਜਿਹੜਾ ਕੀ ਕਰਦਾ ਹੈ, ਬਾਬਰ ਹੁਣ ਉਹਨੂੰ ਹਰਾਉਣ ਤੋਂ, ਬਾਬਰ ਦੀ ਫੌਜ ਉਹਨੂੰ ਹਰਾਉਣ ਤੋਂ ਬਾਅਦ ਜਿਹੜਾ ਸੁਲਤਾਨਪੁਰ ਹੈ ਉਹਦਾ ਜਿਹੜਾ ਇਲਾਕਾ ਹੈ ਉਹ ਦਿਲਾਵਰ ਖਾਂ ਨੂੰ ਦੇ ਦਿੰਦਾ ਹੈ ਤੇ ਜਿਹੜਾ ਦੀਪਾਲਪੁਰ ਹੈ ਉਹ ਆਲਮ ਖਾਂ ਨੂੰ ਦੇ ਦਿੰਦਾ ਹੈ। ਕਿਹੜਾ ਆਲਮ ਖਾਂ? ਜਿਹੜਾ ਆਲਮ ਖਾਂ ਖੁਦ ਦਿੱਲੀ ਦੇ ਸਲਤਨਤ ਤੇ ਰਾਜਾ ਬਣਨ ਦੇ ਮਨ ਵਿੱਚ ਤਮੰਨਾ ਲੈ ਕੇ ਬੈਠਾ ਹੈ। ਲਾਹੌਰ ਨੂੰ ਉਸਨੇ ਆਪਣੇ ਪ੍ਰਤੀਨਿਧ ਅਬਦੁਲ ਅਜ਼ੀਜ਼ ਦੇ ਹਵਾਲੇ ਕਰ ਦਿੱਤਾ। ਸੁਲਤਾਨਪੁਰ ਉਸਨੇ ਦੇ ਦਿੱਤਾ, ਕਿਹਨੂੰ ਦੇ ਦਿੱਤਾ? ਦਿਲਾਵਰ ਖਾਂ ਨੂੰ। ਦੀਪਾਲਪੁਰ ਆਲਮ ਖਾਂ ਨੂੰ ਦੇ ਦਿੱਤਾ ਤੇ ਲਾਹੌਰ ਦੇ ਦਿੱਤਾ ਅਬਦੁਲ ਅਜ਼ੀਜ਼ ਨੂੰ। ਤੇ ਇਹਨਾਂ ਨੂੰ ਦੇ ਕੇ ਬਾਬਰ ਵਾਪਸ ਕਾਬਲ ਚਲਾ ਜਾਂਦਾ ਹੈ। ਤੇ ਨਾਲ ਦੀ ਨਾਲ ਹੁਣ ਬਾਬਰ ਨੂੰ ਇੱਕ ਗੱਲ ਦਾ ਹੋਰ ਪਤਾ ਲੱਗ ਜਾਂਦਾ ਹੈ ਕਿ ਜੇ ਦਿੱਲੀ ਜਿੱਤਣੀ ਹੈ, ਜੇ ਦਿੱਲੀ ਫਤਿਹ ਕਰਨੀ ਹੈ,
ਜੇ ਦਿੱਲੀ ਤੇ ਕਬਜ਼ਾ ਕਰਨਾ ਹੈ ਤਾਂ ਬਾਬਰ ਨੂੰ ਹਜੇ ਹੋਰ ਤਿਆਰੀ ਦੀ ਲੋੜ ਹੈ, ਹਜੇ ਹੋਰ ਵਰਕ ਕਰਨ ਦੀ ਲੋੜ ਹੈ। ਹੁਣ ਆਪਾਂ ਗੱਲ ਕਰਦੇ ਹਾਂ ਆਲਮ ਖਾਂ ਦੀ ਅਤੇ ਪੰਜਾਬ ਦੀ। ਕਿਹੜਾ ਆਲਮ ਖਾਂ? ਜਿਸ ਦੀ ਮੈਂ ਹੁਣੇ ਗੱਲ ਕੀਤੀ ਹੈ ਕਿ ਜਿਹੜਾ ਮਨ ਵਿੱਚ ਸੁਪਨਾ ਲੈ ਕੇ ਬੈਠਾ ਹੈ ਕਿ ਮੈਂ ਵੀ ਦਿੱਲੀ ਦਾ ਰਾਜਾ ਬਣਾ, ਸ਼ਾਸਕ ਬਣਾ। ਇਬਰਾਹਿਮ ਲੋਧੀ ਦੇ ਭੈੜੇ ਵਰਤਾਓ ਕਾਰਨ ਅਫਗਾਨ ਸਰਦਾਰ ਜਿਹੜੇ ਸਨ ਉਸ ਨਾਲ ਨਾਰਾਜ਼ ਸਨ। ਆਪਣੀ ਨਾਰਾਜ਼ਗੀ ਦਿਖਾਉਣ ਲਈ ਉਹਨਾਂ ਆਲਮ ਖਾਂ ਨੂੰ ਦਿੱਲੀ ਦਾ ਹਾਕਮ ਬਣਾਉਣ ਦੀ ਵਿਉਂਤ ਬਣਾਈ। ਉਹਨਾਂ ਨੂੰ ਵੀ ਪਤਾ ਸੀ ਵੀ ਇਹ ਰਾਜਾ ਬਣਨਾ ਆਲਮ ਖਾਂ ਚਾਹੁੰਦਾ। ਉਹਨਾਂ ਜਿਹੜੇ ਇਬਰਾਹਿਮ ਲੋਧੀ ਦੇ ਜਿਹੜੇ ਪਠਾਨ ਰਿਸ਼ਤੇਦਾਰ ਸਨ, ਉਹਦੀ ਜਾਤੀ ਦੇ ਸਨ, ਉਹਨਾਂ ਸਾਰਿਆਂ ਨੇ ਮਿਲ ਕੇ ਆਲਮ ਖਾਂ ਨੂੰ ਕਿਹਾ ਵੀ ਅਸੀਂ ਤੇਰੇ ਪਿੱਛੇ ਹਾਂ, ਅਸੀਂ ਤੇਰੀ ਹੈਲਪ ਕਰਾਂਗੇ। ਠੀਕ ਹੈ ਜੀ। ਤੇ ਉਹਨਾਂ ਨੇ ਇਸ ਬਾਬਰ ਨੂੰ ਵੀ ਕਿਹਾ ਵੀ ਬਾਬਰ ਦੇ ਕੋਲੋਂ ਵੀ ਆਪਾਂ ਇਸ ਲਈ ਹੈਲਪ ਮੰਗਦੇ ਹਾਂ, ਸਹਾਇਤਾ ਮੰਗਦੇ ਹਾਂ। ਪਰ 1524 ਈਸਵੀ ਦੇ ਵਿੱਚ ਜਿਹੜੇ ਆਪਣੇ ਜਿੱਤੇ ਹੋਏ ਇਲਾਕੇ ਸੀ ਉਹਨਾਂ ਦਾ ਪ੍ਰਬੰਧ ਕਰਕੇ ਬਾਬਰ ਜਿਹੜਾ ਸੀ ਉਹ ਤੇ ਕਾਬਲ ਚਲਾ ਗਿਆ ਸੀ ਵਾਪਸ। ਸੋ ਜਦੋਂ ਬਾਬਰ ਕਾਬਲ ਪਹੁੰਚ ਗਿਆ ਤਾਂ ਦੂਜੇ ਪਾਸੇ ਜਿਹੜਾ ਦੌਲਤ ਖਾਂ ਆ, ਜਿਹੜਾ ਪਹਾੜੀਆਂ 'ਚ ਲੁਕ ਗਿਆ ਸੀ, ਉਹਨੇ ਉਸ ਤੋਂ ਬਾਅਦ ਫਿਰ ਫੌਜਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਇਕੱਠਾ ਕਰਕੇ ਉਸਨੇ ਕੀ ਕੀਤਾ, ਲਾਹੌਰ ਜਿਹੜਾ ਕਿ ਅਬਦੁਲ ਅਜ਼ੀਜ਼ ਨੂੰ ਬਾਬਰ ਨੇ ਦਿੱਤਾ ਸੀ ਉਸਨੇ ਉਹ ਖੋਹ ਲਿਆ। ਤੇ ਉਸ ਤੋਂ ਬਾਅਦ ਉਸਨੇ ਸੁਲਤਾਨਪੁਰ ਜਿਹੜਾ ਦਿਲਾਵਰ ਖਾਨ ਨੂੰ ਬਾਬਰ ਨੇ ਦਿੱਤਾ ਸੀ ਉਹਨੂੰ ਉਹ ਵੀ ਖੋਹ ਲਿਆ, ਤੇ ਉਹਨੇ ਦੀਪਾਲਪੁਰ ਵੀ ਖੋਹ ਲਿਆ। ਮਤਲਬ ਕਹਿਣ ਦਾ ਇਹ ਹੈ ਕਿ ਬਾਬਰ ਜਿੰਨੇ ਵੀ ਇਲਾਕੇ ਇਹਨਾਂ ਤਿੰਨਾਂ ਨੂੰ ਦੇ ਕੇ ਗਿਆ ਸੀ ਦੌਲਤ ਖਾਂ ਨੇ ਉਹ ਸਾਰੇ ਹੀ ਖੋਹ ਲਏ। ਸੋ ਇਸ ਤੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਜਿਹੜਾ ਦੌਲਤ ਖਾਂ ਲੋਧੀ ਸੀ ਉਹ ਵੀ ਕਾਫੀ ਚਲਾਕ ਤੇ ਕਾਫੀ ਕਹਿ ਲਓ ਵਧੀਆ ਜਰਨੈਲ ਸੀ, ਜਿਸ ਨੇ ਬਾਬਰ ਦੇ ਜਾਣ ਤੋਂ ਬਾਅਦ ਆਪਣੇ ਸਾਰੇ ਜਿਹੜੇ ਇਲਾਕੇ ਉਹ ਹਰੇ ਹੋਏ ਸੀ ਉਹ ਫੇਰ ਦੁਬਾਰਾ ਜਿੱਤ ਲਏ। ਸੋ ਹੁਣ ਜਦੋਂ ਆਲਮ ਖਾਂ ਹੈ ਉਹ ਕਾਬਲ ਜਾਂਦਾ ਜੀ ਵਾਪਸ ਬਾਬਰ ਦੇ ਕੋਲ, ਤੇ ਬਾਬਰ ਕੋਲ ਜਾ ਕੇ ਬਾਬਰ ਨੂੰ ਬੇਨਤੀ ਕਰਦਾ। ਤੇ ਇਸ ਤੋਂ ਦੂਸਰੇ ਪਾਸੇ ਜਦੋਂ ਆਪਾਂ ਦੇਖਦੇ ਹਾਂ ਦੌਲਤ ਖਾਂ ਲੋਧੀ ਜਿਹੜਾ ਹੈ ਉਹ ਸਿਆਲਕੋਟ ਉੱਪਰ ਵੀ ਹਮਲਾ ਕਰ ਦਿੰਦਾ ਹੈ। ਦੌਲਤ ਖਾਂ ਜਿਹੜਾ ਹੈ ਉਹ ਹੁਣ ਉਹ ਤਿੰਨ ਉਹਨਾਂ ਨੂੰ ਜਿੱਤ ਕੇ ਥਾਵਾਂ ਨੂੰ ਜਿੱਤ ਕੇ ਹੁਣ ਉਹ 3 ਸਥਾਨਾਂ ਨੂੰ ਜਿੱਤਣ ਤੋਂ ਬਾਅਦ ਉਹ ਸਿਆਲਕੋਟ ਤੇ ਵੀ ਹਮਲਾ ਕਰ ਦਿੰਦਾ ਹੈ, ਪਰ ਇੱਥੇ ਉਹ ਹਾਰ ਜਾਂਦਾ ਹੈ। ਔਰ ਦੂਸਰੇ ਪਾਸੇ ਜਦੋਂ ਬਾਬਰ ਦੇਖਦਾ ਹੈ ਵੀ ਇਹ ਤਾਂ ਇੱਧਰ ਨੂੰ ਹੁਣ ਮੇਰੇ ਵੱਲ ਨੂੰ ਵਧਣਾ ਸ਼ੁਰੂ ਹੋ ਗਿਆ ਇਹ ਅਫਗਾਨਿਸਤਾਨ ਵੱਲ ਨੂੰ, ਤੇ ਜਿਹੜਾ ਬਾਬਰ ਹੈ ਉਹ ਵੀ ਆਪਣੀਆਂ ਸੈਨਾਵਾਂ ਲੈ ਕੇ ਤੇ ਇਹਦੇ ਨਾਲ ਦੋ ਹੱਥ ਕਰਨ ਲਈ ਤਿਆਰ ਹੋ ਜਾਂਦਾ ਹੈ। ਤੇ ਦੂਸਰੇ ਪਾਸੇ ਜਿਹੜੀ ਹੈ ਇਬਰਾਹਿਮ ਲੋਧੀ ਆ ਉਹ ਵੀ ਆਪਣੀ ਫੌਜ ਭੇਜ ਦਿੰਦਾ ਹੈ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਲਈ। ਹੁਣ ਦੌਲਤ ਖਾਂ ਲੋਧੀ ਜਿਹੜਾ ਹੈ ਉਹ ਕੀ ਕਰਦਾ ਹੈ, ਉਹ ਜਿਹੜਾ ਇਬਰਾਹਿਮ ਲੋਧੀ ਦੀ ਫੌਜ ਹੈ ਉਸ ਨੂੰ ਤੋਂ ਹਰਾ ਦਿੰਦਾ ਹੈ, ਤੇ ਜਿਸ ਦੇ ਸਿੱਟੇ ਵਜੋਂ ਕੇਂਦਰੀ ਪੰਜਾਬ ਵਿੱਚ ਦੌਲਤ ਖਾਂ ਲੋਧੀ ਦਾ ਸੁਤੰਤਰ ਰਾਜ ਸਥਾਪਿਤ ਹੋ ਜਾਂਦਾ ਹੈ। ਔਰ ਦੂਸਰੇ ਪਾਸੇ ਜਦੋਂ ਆਪਾਂ ਆਲਮ ਖਾਂ ਤੇ ਫਿਰ ਵਾਪਸ ਆਉਂਦੇ ਹਾਂ, ਆਲਮ ਖਾਂ ਬਾਬਰ ਦੇ ਨਾਲ ਇੱਕ ਸੰਧੀ ਕਰਦਾ ਹੈ। ਉਸ ਸੰਧੀ ਦੇ ਵਿੱਚ ਉਹ ਕੁਝ ਸ਼ਰਤਾਂ ਹਨ ਜਿਹੜੀਆਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਜੀ। ਕੀ ਹਨ? ਬਾਬਰ ਆਲਮ ਖਾਂ ਲੋਧੀ ਨੂੰ ਸੁਲਤਾਨ ਬਣਾਉਣ ਦੇ ਲਈ ਲਿਖ ਕੇ ਦਿੰਦਾ ਹੈ ਕਿ ਮੈਂ ਮੇਰੀ ਫੌਜ ਤੇਰੀ ਹੈਲਪ ਕਰੇਗੀ, ਤੇਰੀ ਸਹਾਇਤਾ ਕਰੇਗੀ। ਤੇ ਆਲਮ ਖਾਂ ਅੱਗਿਓਂ ਲਿਖ ਕੇ ਦਿੰਦਾ ਹੈ ਕਿ ਜੇ ਇਸ ਤਰ੍ਹਾਂ ਹੋ ਗਿਆ, ਜੇ ਮੈਂ ਦਿੱਲੀ ਦਾ ਰਾਜਾ ਬਣ ਗਿਆ ਤਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ਤੇ ਬਾਬਰ ਦਾ ਹੱਕ ਹੋਏਗਾ। ਬਸ ਮੈਂ ਦਿੱਲੀ ਰਹਿਣਾ, ਪੰਜਾਬ ਤੁਹਾਡਾ। ਇਸ ਸੰਧੀ ਤੋਂ ਬਾਅਦ ਬਾਬਰ ਆਪਣੇ ਪੰਜਾਬ ਦੇ ਮੁਗਲ ਹਾਕਮਾਂ ਨੂੰ ਹੁਕਮ ਜਾਰੀ ਕਰਦਾ ਕਿ ਤੁਸੀਂ ਸਾਰਿਆਂ ਨੇ ਆਲਮ ਖਾਂ ਦੀ ਹੈਲਪ ਕਰਨੀ ਆ। ਹੁਣ ਜਦੋਂ ਆਲਮ ਖਾਂ ਵਾਪਸ ਆਉਂਦਾ ਲਾਹੌਰ, ਉਹ ਕੀ ਦੇਖਦਾ, ਇੱਥੇ ਤਾਂ ਦੌਲਤ ਖਾਂ ਲੋਧੀ ਦਾ ਰਾਜ ਆ। ਇਹ ਦੇਖ ਕੇ ਉਸ ਨੂੰ ਬਹੁਤ ਦੁੱਖ ਹੁੰਦਾ। ਉਸ ਦੀਆਂ ਭਾਵਨਾਵਾਂ ਨੂੰ ਦੇਖ ਕੇ ਦੌਲਤ ਖਾਂ ਲੋਧੀ ਜਿਹੜਾ ਹੈ ਉਹ ਉਹਨੂੰ ਕਹਿੰਦਾ ਵੀ ਮੈਂ ਤੇਰੀ ਹੈਲਪ ਕਰੂੰਗਾ, ਠੀਕ ਆ। ਤੇ ਆਪਾਂ ਦੋਨੋਂ ਮਿਲ ਕੇ ਇਬਰਾਹਿਮ ਲੋਧੀ ਦੇ ਵਿਰੁੱਧ ਲੜਦੇ ਹਾਂ। ਬਾਬਰ ਤਾਂ ਸਾਡੇ ਨਾਲ ਹੈ ਹੀ ਹੈ, ਇਬਰਾਹਿਮ ਲੋਧੀ ਦੇ ਨਾਲ ਆਪਾਂ ਮਿਲ ਕੇ ਲੜਦੇ ਹਾਂ। ਤੇ ਆਲਮ ਖਾਂ ਨੂੰ ਇਹ ਤਜਵੀਜ਼ ਜਿਹੜੀ ਹੈ ਉਹ ਚੰਗੀ ਲੱਗਦੀ ਹੈ
ਤੇ ਦੋਵੇਂ ਰਲ ਜਾਂਦੇ ਹਨ, ਦੋਵੇਂ ਸੰਧੀ ਕਰ ਲੈਂਦੇ ਹਨ। ਹੁਣ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਲਮ ਖਾਂ ਦੌਲਤ ਖਾਂ ਲੋਧੀ ਦੇ ਨਾਲ ਮਿਲ ਕੇ ਦਿੱਲੀ ਉੱਪਰ ਹਮਲਾ ਕਰ ਦਿੰਦੇ ਹਨ, ਪਰ ਇਬਰਾਹਿਮ ਲੋਧੀ ਦੀ ਫੌਜ ਉਸ ਨੂੰ ਕਰਾਰੀ ਹਾਰ ਦਿੰਦੀ ਹੈ। ਸਿੱਟੇ ਵਜੋਂ ਆਲਮ ਖਾਂ ਲੋਧੀ ਦੇ ਪੰਜਾਬ ਜਾਂ ਦਿੱਲੀ ਦਾ ਰਾਜ ਪ੍ਰਾਪਤ ਕਰਨ ਦੇ ਸੁਪਨੇ ਸਦਾ ਲਈ ਮਿੱਟੀ ਵਿੱਚ ਮਿਲ ਜਾਂਦੇ ਹਨ। ਪੰਜਾਬ ਉੱਪਰ ਤਾਂ ਦੌਲਤ ਖਾਂ ਲੋਧੀ ਦਾ ਰਾਜ ਹੈ, ਦਿੱਲੀ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਇਬਰਾਹਿਮ ਲੋਧੀ ਦਾ ਰਾਜ ਹੈ। ਸੋ ਆਲਮ ਖਾਂ ਨੂੰ ਨਾ ਤਾਂ ਦਿੱਲੀ ਮਿਲੀ ਨਾ ਪੰਜਾਬ ਮਿਲਿਆ। ਸੋ ਇਸ ਤਰ੍ਹਾਂ ਆਲਮ ਖਾਂ ਪੰਜਾਬ ਦੇ ਸੰਬੰਧ ਜਿਹੜੇ ਸਨ ਬਸ ਇੰਨੇ ਹੀ ਸਨ। ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ? ਇਸ ਤੋਂ ਬਾਅਦ ਬਾਬਰ ਜੋ ਹੈ ਉਹ ਪੰਜਾਬ ਉੱਪਰ ਹਮਲਾ ਕਰ ਦਿੰਦਾ ਹੈ। ਬਾਬਰ ਕਾਬਲ ਤੋਂ ਰਾਜ ਕਰਨ ਦੇ ਆਦੇਸ਼ ਨਾਲ ਭਾਰਤ ਆਉਂਦਾ ਹੈ। ਉਹ ਪੰਜਾਬ ਉੱਤੇ ਆਪਾਂ ਨੂੰ ਪਤਾ ਹੈ ਵੀ ਪੰਜਾਬ ਜਿਹੜਾ ਭਾਰਤ ਦਾ ਪ੍ਰਵੇਸ਼ ਦੁਆਰ ਆ, ਆਪਾਂ ਪੜ੍ਹ ਚੁੱਕੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਪੰਜਾਬ ਹੀ ਆਉਣਾ ਸੀ। ਬੱਚਿਓ ਉਹ ਪੰਜਾਬ ਉੱਪਰ 5 ਹਮਲੇ ਕਰਦਾ, ਠੀਕ ਹੈ ਜੀ। 1525 ਨੂੰ ਉਹ 12,000 ਸਿਰਫ ਉਹ ਕੋ ਸੈਨਿਕ ਆ ਉਹ ਲੈ ਕੇ ਪੰਜਾਬ ਵੱਲ ਵੱਧਦਾ। ਹੁਣ ਦੌਲਤ ਖਾਂ ਲੋਧੀ ਨੂੰ ਪਤਾ ਲੱਗ ਜਾਂਦਾ ਕਿ ਉਹ ਆ ਰਿਹਾ ਹੈ, ਤੇ ਦੌਲਤ ਖਾਂ ਲੋਧੀ ਕੀ ਕਰਦਾ, ਉਹ ਦੌੜ ਕੇ ਲਾਹੌਰ ਚਲ ਜਾਂਦਾ। ਆਪਣਾ ਪੁੱਤਰ ਦਿਲਾਵਰ ਜਿਹੜਾ ਖਾਂ ਸੀ ਉਹਦੇ ਨਾਲ ਉਹ ਦੋਨੋਂ ਦੌੜ ਕੇ ਲਾਹੌਰ ਚਲ ਜਾਂਦੇ ਆ, ਤੇ ਬਾਬਰ ਦਾ ਰਸਤਾ ਖਾਲੀ ਹੋ ਗਿਆ। ਤੇ ਬਾਬਰ ਜਿਹੜਾ ਹੈ ਉਹ ਸਰਹੰਦ ਵੱਲ ਨੂੰ ਵੱਧਦਾ ਹੈ ਤੇ ਅੰਬਾਲਾ ਤੇ ਵੀ ਕਬਜ਼ਾ ਕਰ ਲੈਂਦਾ ਹੈ। ਹਾਂਸੀ ਹਿਸਾਰ ਉਸ ਦਾ ਪੁੱਤਰ ਹਮਾਯੂ ਜਿਹੜਾ ਹੈ ਉਹ ਜਿੱਤ ਲੈਂਦਾ ਹੈ ਤੇ ਪਾਣੀਪਤ ਵੱਲ ਬਾਬਰ ਵੱਧਦਾ ਹੈ ਤੇ ਉੱਥੇ ਉਹ ਜਾ ਕੇ ਮੋਰਚਾ ਲਾ ਲੈਂਦਾ ਹੈ। ਇਹ ਜਿਹੜੀ ਲੜਾਈ ਹੈ, ਪਾਣੀਪਤ ਦੀ ਲੜਾਈ ਹੈ, ਇਸ ਸੰਬੰਧੀ ਗੱਲਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੇ ਨਾਲ ਅਗਲੇ ਪਾਠ ਵਿੱਚ ਕਰਾਂ। ਮੈਂ ਕਿਉਂਕਿ ਸਮਾਂ ਹੋ ਚੁੱਕਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਆਪਣੇ ਇਸ ਪਾਠ ਨੂੰ ਇੱਥੇ ਤੱਕ ਹੀ ਸੀਮਤ ਰੱਖਾਂ ਤੇ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਬਾਬਰ ਦੀ ਲੜਾਈ ਹੋਈ, ਜਿਹਨੂੰ ਆਪਾਂ ਪਾਣੀਪਤ ਦੀ ਪਹਿਲੀ ਲੜਾਈ ਕਹਿੰਦੇ ਹਾਂ, ਮੈਂ ਉਸ ਦੀਆਂ ਗੱਲਾਂ ਤੁਹਾਡੇ ਨਾਲ ਵਿਸਥਾਰ ਪੂਰਵਕ ਕਰਾਂ। ਸੋ ਤਦ ਤੱਕ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਹਿੰਦਾ ਹਾਂ ਤੇ ਮੈਂ ਆਸ ਰੱਖਦਾ ਹਾਂ ਕਿ ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਪੜ੍ਹ ਰਹੇ ਹੋਵੋਗੇ। ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਧੰਨਵਾਦ ਬੱਚਿਓ। ਥੈਂਕ ਯੂ ਵੈਰੀ ਮੱਚ।